नगला समरथ स्वामी तो क्यों मनो विसारे। कहे नानक मन मेरे सदा रहो हर नाले। साचे साहिबा क्या नहीं करते सच नाम बार मेरा दिन सब गवाई। सगल मनोरथ पूरे और ब्रह्म प्रभु पाया तेरे सगल विसूरे। दुख रोग संताप तेरे सुनी सच्ची बानी। ਗੱਲ ਤੁਸੀਂ ਦੇਖ ਰਹੇ ਹੋ ਪੰਜਾਬ ਸਟਾਰ ਟੀਵੀ। ਅਸੀਂ ਇਸ ਸਮੇਂ ਮੌਜੂਦ ਹਾਂ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਵਿਖੇ। ਤੁਹਾਨੂੰ ਦੱਸ ਦਈਏ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਇਸ ਗੁਰਦੁਆਰਾ ਸਥਾਨ ਜੋ ਜਿੱਥੇ ਅਸੀਂ ਇਸ ਸਮੇਂ ਮੌਜੂਦ ਹਾਂ, ਇੱਥੇ ਅੰਤਿਮ ਸੰਸਕਾਰ ਹੋਇਆ ਸੀ। ਆਓ ਅਸੀਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਜੋ ਗ੍ਰੰਥੀ ਨੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ। ਤਾਂ ਬਾਬਾ ਬੁੱਢਾ ਸਾਹਿਬ ਜੀ ਇਸ ਸਥਾਨ ਦੇ ਉੱਤੇ ਆਪਣੇ ਪਿਤਾ ਜੀ ਦੇ ਨਾਲ ਖੇਤੀਬਾੜੀ ਦੇ ਕੰਮਾਂ ਕਾਜਾਂ ਦੇ ਵਿੱਚ ਹੱਥ ਵਟਾਉਂਦੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ 12 ਕੁ ਸਾਲ ਦੀ ਹੋਈ ਤੇ ਜਗਤ ਗੁਰੂ ਸਿੱਖ ਧਰਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਯੁਗੀ ਜੀਵਾਂ ਦਾ ਉਧਾਰ ਕਰਦਿਆਂ ਇਸ ਸਥਾਨ ਤੇ ਪਹੁੰਚੇ। ਇੱਥੇ ਬਾਬਾ ਬੁੱਢਾ ਸਾਹਿਬ ਜੀ ਆਪਣੇ ਸਾਥੀਆਂ ਦੇ ਨਾਲ ਮੱਝਾਂ ਗਾਵਾਂ ਚਾਰ ਰਹੇ ਸਨ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੇ ਨਾਲ ਬੈਠੇ ਇਲਾਹੀ ਬਾਣੀ ਦਾ ਕੀਰਤਨ ਕਰ ਰਹੇ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਬੱਚਿਆਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਣ ਕੇ ਦਰਸ਼ਨ ਕੀਤੇ। ਮਨ ਬੜਾ ਖੁਸ਼ ਹੋਇਆ। ਅੰਮ੍ਰਿਤ ਬਾਣੀ ਸਰਵਣ ਕੀਤੀ ਤੇ ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਜਮਾਂ ਦਾ ਬੜਾ ਮਨ ਵਿੱਚ ਭੈ ਹੈ, ਮੌਤ ਦਾ ਬੜਾ ਡਰ ਹੈ, ਕੋਈ ਐਸੀ ਸਿੱਖਿਆ ਬਖਸ਼ੋ ਜਿਹਦੇ ਨਾਲ ਜੰਮਣ ਮਰਨ ਤੋਂ ਮੌਤ ਦੇ ਭੈ ਤੋਂ ਮੁਕਤ ਹੋ ਜਾਈਏ। ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਗੱਲਾਂ ਸੁਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਬਾਲਕ ਤੇਰੀ ਉਮਰ ਤੇ ਬੱਚਿਆਂ ਵਾਲੀ ਹੈ, ਪਰ ਤੂੰ ਗੱਲਾਂ ਬਜ਼ੁਰਗਾਂ ਵਾਲੀਆਂ ਕਰਦਾ ਹਾਂ। ਇੰਨੀ ਛੋਟੀ ਉਮਰ ਦੇ ਵਿੱਚ ਇਹ ਮੌਤ ਦਾ ਭੈ ਕਿਵੇਂ ਤੇਰੇ ਮਨ 'ਚ ਖਿਆਲ ਆਇਆ? ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਇੱਕ ਦਿਨ ਹਾਕਮਾਂ ਦੇ ਘੋੜੇ ਆਏ ਸਨ। ਉਹਨਾਂ ਨੇ ਜਿਹੜੀ ਵੱਡੀ ਫਸਲ ਸੀ ਉਹ ਵੀ ਕੱਟ ਲਈ, ਜਿਹੜੀ ਅਧਖੜ ਸੀ ਉਹ ਵੀ ਬਰਬਾਦ ਕਰ ਦਿੱਤੀ, ਜਿਹੜੀ ਅਜੇ ਉੱਗ ਰਹੀ ਸੀ ਉਹਨੂੰ ਵੀ ਨਾਸ ਕਰ ਦਿੱਤਾ। ਇਸ ਤਰ੍ਹਾਂ ਹੀ ਮੌਤ ਦਾ ਵੀ ਕੋਈ ਪਤਾ ਨਹੀਂ ਹੈ, ਇਹ ਬਚਪਨ 'ਚ ਆ ਜਾਵੇ, ਜਵਾਨੀ 'ਚ ਆ ਜਾਵੇ ਕਿ ਬੁਢੇਪੇ 'ਚ ਆਉਣੀ ਹੈ। ਇਸ ਕਰਕੇ ਕਿਰਪਾ ਕਰੋ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੜਾ ਸੋਹਣਾ ਲਿਖਦੇ ਨੇ ਕਿ ਜਦੋਂ ਬਾਬਾ ਬੁੱਢਾ ਜੀ ਦੇ ਦਰਸ਼ਨ, ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਨਾ, ਤੇ ਉਹ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਦੀ ਸੇਵਾ 'ਚ ਲੱਗ ਗਏ। ਉਹਨਾਂ ਨੇ ਕਹਿੰਦੇ ਤੁਰੰਤ ਉਤਰਿਆ ਖੂਹੋਂ ਅੰਦਰ, ਟਿੰਡ ਖੋਲ ਇੱਕ ਲਿਆਇਆ, ਰੱਖੀ ਉਹ ਸੰਭਾਲ ਪਾਸੀ, ਫਿਰ ਇੱਕ ਗਊ ਲਿਆਇਆ। ਕਹਿੰਦੇ ਬਾਬਾ ਬੁੱਢਾ ਜੀ ਨੇ ਨਾ ਆਪਣਾ ਉਸੇ ਵੇਲੇ ਹੀ ਇੱਕ ਖੂਹ ਦੀ ਟਿੰਡ ਖੋਲ੍ਹ ਕੇ ਤੇ ਇੱਕ ਗਾਂ ਸੀ ਉਹਦਾ ਦੁੱਧ ਚੋਕ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਭੇਟ ਕੀਤਾ। ਫਿਰ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਉੱਠ ਬੈਠੇ ਗੁਰਦੀਨ ਦਿਆਲਾ, ਸਿਰ ਉਚਾਏ ਕੈ ਬੋਲੇ, ਹੇ ਬਾਲਕ ਕੀ ਚਾਹੇ ਸਾਥੋਂ, ਕੀ ਵਸਤੂ ਤੈਂ ਟੋਲੇ। ਮਹਾਰਾਜ ਕਹਿਣ ਲੱਗੇ, ਹੇ ਬਾਲਕ ਤੂੰ ਸਾਡੇ ਕੋਲੋਂ ਕੀ ਚਾਹੁੰਦਾ ਏ, ਆਪਣੀ ਮਨ ਦੀ ਇੱਛਾ ਦੱਸ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਸ਼ਰਨ ਆਪ ਦੀ ਸਭ ਤੋਂ ਵੱਡੀ, ਸਤਿਗੁਰ ਦਾਸ ਤਕਾਈ, ਚਰਨੀ ਲਾਏ ਬਚਾਵੋ ਬੱਚਾ, ਹੇ ਸਤਿਗੁਰ ਸੁਖਦਾਈ। ਹੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਮੈਂ ਸਭ ਤੋਂ ਵੱਡੀ ਆਪ ਦੀ ਸ਼ਰਨ ਤੱਕੀ ਹੈ, ਕਿਰਪਾ ਕਰਕੇ ਮੈਨੂੰ ਆਪਣੇ ਚਰਨਾਂ ਨਾਲ ਜੋੜਨਾ ਕਰੋ। ਬਾਬਾ ਬੁੱਢਾ ਜੀ ਦੀਆਂ ਇਹ ਪਿਆਰ ਵਾਲੀਆਂ ਬੇਨਤੀਆਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੜਾ ਪ੍ਰਸੰਨ ਹੋਏ ਤੇ ਭਾਈ ਮਰਦਾਨਾ ਜੀ ਨੂੰ ਬਚਨ ਕੀਤੇ ਕਿ ਭਾਈ ਮਰਦਾਨਾ ਜੀ ਇਹ ਜਿਹੜਾ ਬਾਲਕ ਹੈ ਇਹ ਬੜਾ ਜਪੀ ਤਪੀ, ਬੜਾ ਭਗਤੀ ਭਾਵ ਵਾਲਾ ਹੋਵੇਗਾ। ਇਹਦੇ ਕੋਲ ਤੇਲ, ਦੀਵਾ, ਵੱਟੀ ਸਭ ਕੁਝ ਤਿਆਰ ਹੈ, ਕੇਵਲ ਜਗਾਉਣ ਦੀ ਲੋੜ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ, ਕਿਹੜਾ ਤੇਲ, ਕਿਹੜਾ ਦੀਵਾ, ਕਿਹੜੀ ਵੱਟੀ ਹੈ? ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਸ ਬਾਲਕ ਦੇ ਕੋਲ ਸ਼ੁਭ ਗੁਣਾ ਰੂਪੀ ਦੀਵਾ ਹੈ ਤੇ ਪ੍ਰੇਮ ਰੂਪੀ ਤੇਲ ਹੈ ਤੇ ਉੱਚੀ ਸੁਰਤ ਰੂਪੀ ਵੱਟੀ ਹੈ। ਜਦੋਂ ਗੁਰੂ ਦੇ ਗਿਆਨ ਦੇ ਪ੍ਰਕਾਸ਼ ਦੇ ਨਾਲ ਇਹ ਦੀਵਾ ਜਗ ਗਿਆ, ਭਾਈ ਮਰਦਾਨਾ ਜੀ ਤੁਸੀਂ ਹੀ ਨਹੀਂ, ਸਾਰਾ ਜਗਤ ਜਿਹੜਾ ਏ ਉਸ ਦੀਵੇ ਦਾ ਪ੍ਰਕਾਸ਼ ਜਿਹੜਾ ਉਹ ਮਾਣੇਗਾ। ਬਿਲਕੁਲ ਗੁਰਬਾਣੀ ਦੇ ਜੋ ਬਚਨ ਨੇ
कि भाग ठड़े हर संत तुम्हारे जिन कर धन हर नामा परवान गणी से ये आए सफल तिन्ना के कामा। बाबा बुढ़ा साहब जी का आउणा संसार के उत्ते धनता दे योग आ। ਉਹ ਪਹਿਲੀ ਮਿਲਣੀ ਸੀ ਬਾਬਾ ਬੁੱਢਾ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿ ਉਸ ਮਿਲਣੀ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ। ਬਹੁਤ ਸਮਾਂ ਇਸ ਸਥਾਨ ਤੇ ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਕਰਦੇ ਰਹੇ ਤੇ ਜਦੋਂ ਸ਼ਾਮ ਨੂੰ ਘਰ ਗਏ ਤੇ ਕਾਫੀ ਸਾਰਾ ਹਨੇਰਾ ਹੋ ਗਿਆ ਸੀ, ਸ਼ਾਮਾਂ ਦਾ ਸਮਾਂ ਹਨੇਰਾ ਹੋ ਗਿਆ ਤੇ ਮਾਤਾ ਜੀ ਨੇ ਪੁੱਛਿਆ, ਪੁੱਤਰ ਜੀ ਕੀ ਗੱਲ ਹੈ, ਇੰਨਾ ਹਨੇਰਾ ਕਰ ਆਏ ਹੋ? ਤੇ ਬਾਬਾ ਬੁੱਢਾ ਜੀ ਮਾਤਾ ਜੀ ਨੂੰ ਕਹਿਣ ਲੱਗੇ ਕਿ ਮਾਂ ਹਨੇਰਾ ਨਹੀਂ ਹੋਇਆ, ਅੱਜ ਤੇ ਚਾਨਣ ਹੋ ਗਿਆ ਏ। ਮਾਂ ਕਹਿਣ ਲੱਗੀ ਕੀ ਮਤਲਬ? ਤਾਂ ਬਾਬਾ ਬੁੱਢਾ ਜੀ ਕਹਿਣ ਲੱਗੇ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸਾਰਾ ਸੰਸਾਰ ਝੁਕਦਾ ਏ, ਅੱਜ ਉਹ ਸਤਿਗੁਰੂ ਜੀ ਦੇ ਚਰਨਾਂ ਨਾਲ ਮੇਰਾ ਮੇਲ ਹੋਇਆ। ਮੈਂ ਉਸ ਸਤਿਗੁਰੂ ਦੀ ਸੰਗਤ ਕਰਕੇ ਆਇਆ ਤੇ ਜਦੋਂ ਸਤਿਗੁਰੂ ਦੀ ਸੰਗਤ ਹੁੰਦੀ ਹੈ ਨਾ, ਉਦੋਂ ਮਨਾਂ ਦਾ ਹਨੇਰਾ ਮਿਟ ਜਾਂਦਾ ਏ ਤੇ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਏ, ਪ੍ਰਕਾਸ਼ ਹੋ ਜਾਂਦਾ ਏ। ਮਾਂ ਆਪਣੇ ਬੱਚੇ ਦੀਆਂ ਪਿਆਰ ਭਾਵ ਭਗਤੀ ਵਾਲੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਪ੍ਰਸੰਨ ਹੋਏ। ਅਗਲੇ ਦਿਨ ਫਿਰ ਸੇਵਾ ਵਿੱਚ ਜੁੜੇ ਤੇ ਇਸ ਤਰ੍ਹਾਂ ਇਹ ਪਹਿਲੀ ਮਿਲਣੀ ਸੀ ਬਾਬਾ ਬੁੱਢਾ ਸਾਹਿਬ ਜੀ ਦੀ, ਜੋ ਸਦਾ ਵਾਸਤੇ ਉਹ ਗੁਰੂ ਚਰਨਾਂ ਵਿੱਚ ਜੁੜ ਗਏ, ਮਨ ਕਰਕੇ ਮਿਲ ਗਏ, ਜਿਸ ਬਾਰੇ ਗੁਰਬਾਣੀ ਦੇ ਬਚਨ ਨੇ ਕਿ ਅੰਤਰ ਆਤਮੈ ਜੋ ਮਿਲਿਆ ਕਈ ਐ ਸੋਏ। ਮਨ ਕਰਕੇ ਹਰ ਵੇਲੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ, ਨਾਮ ਜਪਦੇ ਰਹਿੰਦੇ, ਹਰ ਵੇਲੇ ਚਿੰਤਨ ਕਰਦੇ। ਤੇ ਇਸ ਤਰ੍ਹਾਂ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਵਸੇਵਾ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਚਰਨਾਂ ਵਿੱਚ ਸੇਵਾਵਾਂ ਵਿੱਚ ਹਾਜ਼ਰ ਹੋ ਗਏ। ਸੋ ਉਸ ਦਿਨ ਤੋਂ ਬਾਬਾ ਬੁੱਢਾ ਸਾਹਿਬ ਗੁਰੂ ਘਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਰਹੇ, ਜੋ ਗੁਰਬਾਣੀ ਅਨੁਸਾਰ ਕਿ ਸਿੱਖ ਨੇ ਕਿਵੇਂ ਗੁਰੂ ਦੇ ਦਰ ਦੇ ਉੱਤੇ ਮਾਣ ਪਾਉਣਾ ਹੈ। ਜੋ ਗੁਰੂ ਅਰਜਨ ਸਾਹਿਬ ਜੀ ਦੇ ਸੁਖਮਣੀ ਸਾਹਿਬ 'ਚ ਬਚਨ ਨੇ ਕਿ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਇਹਨਾਂ ਬਚਨਾਂ ਦੇ ਇਨ ਬਿਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਮਨ ਦੀ ਮੱਤ ਹਉਮੈ ਛੱਡ ਕੇ ਗੁਰੂ ਦੇ ਦਰ ਦੇ ਉੱਤੇ ਸੇਵਾ ਕਰਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੇ। ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਸੀ, ਬਚਨ ਕਹੇ ਸਨ ਕਿ ਬੁੱਢਿਆ ਤੈਥੋਂ ਕਦੇ ਓਲੇ ਨਾ ਹੋਸਾਂ, ਕਿ ਬਾਬਾ ਬੁੱਢਾ ਜੀ ਅਸੀਂ ਤੁਹਾਡੇ ਤੋਂ ਕਦੀ ਓਲੇ ਨਹੀਂ ਹੋਵਾਂਗੇ। ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਮਹਾਨ ਸੇਵਾਵਾਂ ਨਿਭਾਈਆਂ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੀ, ਉਹ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ, ਤਾਂ ਉਦੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਵਿੱਚ ਖੰਡੂਰ ਸਾਹਿਬ ਵਿਖੇ ਚਲੇ ਗਏ। ਤੇ ਜਦੋਂ ਵੀ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਈ ਤਾਂ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ। ਜਦੋਂ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਗਏ ਨੇ ਤੇ ਉੱਥੇ ਜਾ ਕੇ ਉਹ ਮਾਈ ਭਰਾਈ ਜੀ ਦੇ ਘਰ ਵਿੱਚ ਇੱਕ ਕਮਰੇ 'ਚ ਬੈਠ ਗਏ ਨੇ, ਤਾਂ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਕਿਸੇ ਪਾਸੇ। ਤਾਂ ਉਦੋਂ ਵੀ ਸੰਗਤਾਂ ਫਿਰ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਜੀ ਕੋਲ ਚੱਲ ਕੇ ਆਈਆਂ। ਬਾਬਾ ਬੁੱਢਾ ਜੀ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ, ਤੁਹਾਡੇ ਤੋਂ ਕਦੀ ਓਹਲੇ ਨਹੀਂ ਹੋਵਾਂਗੇ, ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਤਾਂ ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰਕੇ ਸੰਗਤਾਂ ਨੂੰ ਨਾਲ ਲੈ ਕੇ ਸ਼ਬਦ ਗਾਇਨ ਕਰਦਿਆਂ ਹੋਇਆਂ ਖੰਡੂਰ ਸਾਹਿਬ ਦੀ ਧਰਤੀ ਤੇ ਗਏ ਨੇ। ਉੱਥੇ ਜਾ ਕੇ ਮਾਈ ਭਰਾਈ ਜੀ ਦੇ ਘਰ ਵਿੱਚ ਬੈਠ ਕੇ ਕੀਰਤਨ ਕੀਤਾ ਏ ਤੇ ਇੱਕ ਕਮਰੇ ਦੇ ਵਿੱਚ ਜਾ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਚਰਨਾਂ ਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ, ਨਿਕਸੋ ਵੈਰ ਦਿਖਾਵੋ ਦਰਸ਼ਨ, ਕਰ ਹੈ ਸੰਗਤ ਪਾਏ ਨ ਪਰਸਨ। ਮਹਾਰਾਜ ਕਿਰਪਾ ਕਰੋ, ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰੋ। ਸੰਗਤਾਂ ਆਪ ਦੇ ਦਰਸ਼ਨਾਂ ਤੋਂ ਬੜੀਆਂ ਵਿਆਕੁਲ ਨੇ, ਦਰਸ਼ਨਾਂ ਤੋਂ ਬਿਨਾਂ। ਬਾਬਾ ਬੁੱਢਾ ਜੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦਰਸ਼ਨ ਦਿੱਤੇ, ਬਾਹਰ ਆਏ। ਸਾਰੀ ਸੰਗਤਾਂ ਨੇ ਗੁਰੂ ਜੀ ਨਾਲ ਬਚਨ ਬਿਲਾਸ ਕੀਤੇ ਤੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਪ੍ਰਤੀ ਵੀ ਕੋਈ ਉਪਦੇਸ਼ ਬਖਸ਼ੋ। ਤਾਂ ਗੁਰੂ ਅੰਗਦ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 63 ਸ਼ਲੋਕ ਨੇ, ਉਹਨਾਂ ਵਿੱਚੋਂ ਇੱਕ ਬਚਨ ਮਹਾਰਾਜ ਨੇ ਉਚਾਰਿਆ ਕਿ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਗੁਰੂ ਨਾਨਕ ਦੇ ਘਰ ਤੋਂ ਵਰਸੋਏ ਹੋਏ ਹੋ, ਗੁਰੂ ਨਾਨਕ ਦੇ ਪਿਆਰੇ ਉਪਦੇਸ਼ ਹੋ। ਜਿਨ੍ਹਾਂ ਦੇ ਕੋਲ ਗੁਰੂ ਨਾਨਕ ਦਾ ਉਪਦੇਸ਼ ਹੈ ਉਹਨਾਂ ਨੂੰ ਕਿਸੇ ਹੋਰ ਉਪਦੇਸ਼ ਦੀ ਲੋੜ ਨਹੀਂ। ਇਸ ਤਰ੍ਹਾਂ ਬਾਬਾ ਬੁੱਢਾ ਜੀ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਸੇਵਾਵਾਂ ਨਿਭਾਉਂਦੇ ਰਹੇ। ਉਸ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੇਵਾਵਾਂ ਨਿਭਾਈਆਂ। ਬੌਲੀ ਸਾਹਿਬ ਦੀ ਸੇਵਾ, ਹੋਰ ਬੇਅੰਤ ਪ੍ਰਮੁੱਖ ਸੇਵਾ
ਜਿਹੜੀਆਂ ਨੇ ਉਹ ਨਿਭਾਉਂਦੇ ਰਹੇ ਨੇ। ਸੋ ਜੇ ਆਪਾਂ ਵਿਸਥਾਰ 'ਚ ਜਾਈਏ ਬੜਾ ਲੰਬਾ ਇਤਿਹਾਸ ਹੋ ਜਾਵੇਗਾ। 6 ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਉਹਨਾਂ ਨੇ ਬੜੀਆਂ ਸੇਵਾਵਾਂ ਨਿਭਾਈਆਂ। ਇੱਥੋਂ ਤੱਕ ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਉਹਨਾਂ ਨੇ ਵਿਚਾਰ ਕੀਤੀ, ਜੋ ਇਤਿਹਾਸ 'ਚ ਬਚਨ ਨੇ ਕਿ ਸ੍ਰੀ ਗੁਰ ਹਿਰਦੇ ਵਿਚਾਰਨ ਕਰੈ, ਗ੍ਰੰਥ ਕੀ ਸੇਵਾ ਕੌਣ ਜੇ ਕਰੇ, ਭੱਲੇ ਤੇਹਣ ਸੋਢੀ ਬੰਸ ਸੋਢੀ ਕੁਲ ਕੇ ਜੇਵ ਤੰਸ, ਕਰ ਨਾ ਸਕੇ ਸੇਵ ਉਧਾਰਾ ਨਿਜ ਕੁਲ ਕੋਇਨ ਕੋ ਹੰਕਾਰਾ। ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨੋ ਮਨ ਨੀਵਾ। ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੌਣ ਬੈਠੇਗਾ, ਕੌਣ ਸੇਵਾ ਕਰੇਗਾ, ਉਹੀ ਕਰ ਸਕਦਾ ਹੈ ਜਿਹਦੇ ਅੰਦਰ ਮਨ 'ਚ ਹੰਕਾਰ ਨਾ ਹੋਵੇ, ਜਿਹਦਾ ਮਨ ਨੀਵਾ ਹੋਵੇ। ਤੇ ਸਭ ਕੁਝ ਵਿਚਾਰ ਕੇ ਫਿਰ ਇਹ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਕੱਲ੍ਹ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੁਸੀਂ ਬੈਠ ਕੇ ਇਹ ਸੇਵਾਵਾਂ ਨਿਭਾਓਗੇ। ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸੇਵਾਵਾਂ ਨਿਭਾਈ। ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਬਾਬਾ ਬੁੱਢਾ ਸਾਹਿਬ ਜੀ ਨੇ ਕੀਤਾ, ਗੁਰੂ ਅਰਜਨ ਸਾਹਿਬ ਜੀ ਨੇ ਹੁਕਮ ਕੀਤਾ, ਇਤਿਹਾਸ ਦੇ ਇਹ ਬਚਨ ਨੇ। ਉੱਥੇ ਵੀ ਇੰਨਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ। ਗੁਰੂ ਅਰਜਨ ਸਾਹਿਬ ਜੀ ਨੇ ਕਿਹਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲੇਹੋ ਆਵਾਜ਼, ਸੁਣੇ ਸਭ ਬੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਸੇ ਤਰ੍ਹਾਂ ਹੀ 6ਵੇਂ ਪਾਤਸ਼ਾਹ ਜੀ ਨੂੰ ਜੀ ਦਾ ਨਾਮ ਰੱਖਣਾ, 6ਵੇਂ ਪਾਤਸ਼ਾਹ ਜੀ ਨੂੰ ਜਿੰਨੀਆਂ ਵਿਦਿਆ, ਘੋੜਸਵਾਰੀ, ਸ਼ਸਤਰ ਵਿਦਿਆ, ਤੀਰ ਅੰਦਾਜ਼ੀ, ਗੁਰਬਾਣੀ ਦੀ ਵਿਦਿਆ, ਇਹ ਸਾਰੀਆਂ ਵਿਦਿਆ ਵੀ ਬਾਬਾ ਬੁੱਢਾ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਜਿਹੜੀਆਂ ਸਿਖਾਈਆਂ। ਉਸ ਤੋਂ ਬਾਅਦ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਹੋਈ, ਉਹ ਵੀ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੇ ਹੀ ਸਾਰਾ ਬਣਾਇਆ। ਬੁੱਢਾ ਔਰ ਗੁਰਦਾਸ ਬਣਾਇਓ, ਕਿਸੀ ਰਾਜ ਨੇ ਹੱਥ ਲਗਾਇਓ। ਸੋ ਇਸ ਤਰ੍ਹਾਂ ਮਹਾਨ ਸੇਵਾਵਾਂ ਨਿਭਾਉਂਦਿਆਂ ਜਦੋਂ ਬਾਬਾ ਬੁੱਢਾ ਜੀ ਨੇ ਆਪਣਾ ਆਖਰੀ ਸਮਾਂ ਜਾਣਿਆ ਸਰੀਰ ਤਿਆਗਣ ਦਾ, ਤਾਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਹੁਣ ਸਾਡਾ ਸਰੀਰ ਬਿਰਧ ਹੈ, ਜੇ ਆਪ ਜੀ ਦੀ ਆਗਿਆ ਹੋਵੇ ਤੇ ਅਸੀਂ ਆਪਣੀ ਨਗਰੀ ਰਮਦਾਸ ਵਿਖੇ ਜਾ ਕੇ ਸੋ ਉੱਥੇ ਆਪਣਾ ਆਖਰੀ ਸਮਾਂ ਬਤੀਤ ਕਰੀਏ। ਤੇ ਸਾਡੀ ਇੱਛਾ ਹੈ ਕਿ ਜਦੋਂ ਅਸੀਂ ਆਪਣਾ ਸਰੀਰ ਤਿਆਗੀਏ ਆਪ ਜੀ ਸਾਨੂੰ ਆਣ ਕੇ ਦਰਸ਼ਨ ਜ਼ਰੂਰ ਬਖਸ਼ਿਸ਼ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਦੇ ਪਿਆਰੇ ਸਿੱਖ ਹੋ, ਤੁਸੀਂ ਗੁਰੂ ਘਰ ਵਿੱਚ ਬੜੀਆਂ ਸੇਵਾਵਾਂ ਨਿਭਾਈਆਂ ਨੇ। ਇਹ ਵੀ ਬਚਨ ਆਉਂਦੇ ਨੇ, ਬੁੱਢਾ ਸਾਹਿਬ ਤਪ ਕੀ ਮੂਰਤ, ਨਾਮ ਲੈਤ ਗਨ ਹਣੇ ਬਸੂਰਤ। ਕਿ ਬਾਬਾ ਬੁੱਢਾ ਜੀ ਤੇ ਸੇਵਾ ਦੀ ਭਗਤੀ ਦੀ ਮੂਰਤ ਨੇ, ਉਹਨਾਂ ਦੇ ਨਾਮ ਲਿਆਂ ਵੀ ਪਾਪ ਕੱਟੇ ਜਾਂਦੇ ਨੇ। ਸੋ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਜ਼ਰੂਰ ਤੁਹਾਡੇ ਕੋਲ ਪਹੁੰਚਾਂਗੇ। ਸੋ ਬਾਬਾ ਬੁੱਢਾ ਸਾਹਿਬ ਜੀ ਗੁਰੂ ਜੀ ਤੋਂ ਆਗਿਆ ਲੈ ਕੇ ਰਮਦਾਸ ਇਸ ਧਰਤੀ ਤੇ ਆ ਗਏ। ਉਹਨਾਂ ਨੇ ਆਪਣਾ ਆਖਰੀ ਸਮਾਂ ਇਸੇ ਨਗਰੀ ਵਿੱਚ ਰਹਿੰਦਿਆਂ ਸੇਵਾ ਸਿਮਰਨ ਭਜਨ ਬੰਦਗੀ ਕਰਦਿਆਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦਿਆਂ ਆਪਣਾ ਆਖਰੀ ਸਮਾਂ ਇਸ ਧਰਤੀ ਤੇ ਬਤੀਤ ਕੀਤਾ। ਜਦੋਂ ਉਹਨਾਂ ਨੇ ਜਾਣਿਆ ਕਿ ਸਾਡਾ ਹੁਣ ਇਹ ਸਰੀਰ ਤਿਆਗਣ ਦਾ ਸਮਾਂ ਆ ਗਿਆ ਹੈ, ਸੋ ਉਸ ਵੇਲੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ, ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਦਰਸ਼ਨ ਦਿਦਾਰੇ ਬਖਸ਼ੋ। ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਸੇ ਵੇਲੇ ਆਪਣੇ ਸਿੱਖਾਂ ਸੇਵਕਾਂ ਸਮੇਤ ਸੋ ਘੋੜੇ ਅਤੇ ਸਵਾਰ ਹੋ ਕੇ ਸੋ ਰਮਦਾਸ ਨਗਰੀ 'ਚ ਪਹੁੰਚੇ। ਇਸ ਸਥਾਨ ਤੇ ਇੱਕ ਗੁਰਦੁਆਰਾ ਸਾਹਿਬ ਹੈ ਭਾਈ ਸੁੱਖਾ ਸਾਹਿਬ ਜੀ। ਸੋ ਇਹ ਗੁਰੂ ਜੀ ਦਾ ਸੇਵਕ ਸੀ। ਇੱਥੇ ਮਹਾਰਾਜ ਨੇ ਘੋੜੇ ਬੰਨੇ ਤੇ ਇੱਥੋਂ ਫਿਰ ਪੈਦਲ ਚੱਲ ਕੇ ਮਹਾਰਾਜ ਜੋ ਗੁਰਦੁਆਰਾ ਤਪ ਸਥਾਨ ਸਾਹਿਬ ਹੈ ਰਮਦਾਸ ਨਗਰੀ ਦੇ ਵਿੱਚ, ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਨੇ। ਜਦੋਂ ਬਾਬਾ ਬੁੱਢਾ ਜੀ ਨੂੰ ਪਤਾ ਲੱਗਾ, ਉਹਨਾਂ ਦੇ ਮਨ ਵਿੱਚ ਬੜਾ ਚਾਅ ਚੜਿਆ। ਅਗਲਵਾਂਡੀ ਹੋ ਕੇ ਸਤਿਗੁਰੂ ਜੀ ਨੂੰ ਜੀ ਆਇਆਂ ਆਖਿਆ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਨਮਸਕਾਰ ਕੀਤੀ। ਬੜਾ ਪ੍ਰਸੰਨ ਹੋਏ, ਸਤਿਗੁਰਾਂ ਨੇ ਗਲ 'ਤੇ ਨਾਲ ਲਾਇਆ। ਫਿਰ ਕਾਫੀ ਸਮਾਂ ਬੈਠ ਕੇ ਬਚਨ ਬਿਲਾਸ ਹੁੰਦੇ ਰਹੇ। ਸਾਰੀ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਕਰਦੇ ਰਹੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਉਸ ਵੇਲੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਹੁਣ ਆਗਿਆ ਬਖਸ਼ਿਸ਼ ਕਰੋ। ਜੇ ਸੇਵਕ ਦੇ ਕੋਲੋਂ ਕੋਈ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਕਰ ਦੇਣਾ। ਬਾਬਾ ਬੁੱਢਾ ਸਾਹਿਬ ਜੀ ਇੰਨੇ ਵੱਡੇ ਮਹਾਨ ਸਿੱਖ ਹੁੰਦਿਆਂ ਵੀ ਨਿਮਰਤਾ ਦੀ ਜਿਹੜੀ ਸੀ ਉਹਨਾਂ ਦੇ ਵਿੱਚ ਸਿਖਰ ਸੀ।
ਸੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਸੀਂ ਤੁਹਾਡਾ ਜੀਵਨ ਸਫਲ ਹੈ, ਤੁਸੀਂ ਗੁਰੂ ਨਾਨਕ ਦੇ ਪਿਆਰੇ ਸਿੱਖ ਹੋ, ਤੁਸੀਂ ਜਿੱਥੇ ਆਪ ਮੁਕਤ ਹੋ ਉੱਥੇ ਕਈਆਂ ਨੂੰ ਮੁਕਤ ਕਰਨ ਵਾਲੇ ਹੋ। ਗੁਰਬਾਣੀ ਦੇ ਬਚਨ ਨੇ ਕਿ ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸੋ ਇਸ ਤਰ੍ਹਾਂ ਫਿਰ ਗੁਰੂ ਜੀ ਕੋਲੋਂ ਆਗਿਆ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਇਸ਼ਨਾਨ ਕੀਤਾ। ਉਸ ਤੋਂ ਬਾਅਦ ਜੋ ਜਪਜੀ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਦਾ ਪਾਠ ਜਦੋਂ ਸੰਪੂਰਨ ਹੋਇਆ, ਬਚਨ ਪੜ੍ਹੇ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਤਾਂ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਆਪਣਾ ਗੁਰੂ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ 5 ਭੌਤਿਕ ਸਰੀਰ ਦਾ ਤਿਆਗ ਕਰਕੇ ਸੋ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਗੁਰੂ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਬਿਰਾਜੇ, ਆਪਣੇ ਜੀਵਨ ਦੀ ਯਾਤਰਾ ਨੂੰ ਸਫਲ ਕੀਤਾ ਤੇ ਸਾਨੂੰ ਦੱਸ ਕੇ ਗਏ ਕਿ ਕਿਵੇਂ ਸੇਵਕ ਨੇ ਗੁਰੂ ਦੇ ਦਰ ਤੇ ਰਹਿ ਕੇ ਸੇਵਾ ਕਰਦਿਆਂ ਮਾਣ ਪ੍ਰਾਪਤ ਕਰਨਾ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਦੇਹੀ ਦਾ ਆਪਣੇ ਕਰ ਕਮਲਾਂ ਨਾਲ ਇਸ਼ਨਾਨ ਕਰਵਾਇਆ, ਸਾਫ ਸੁੰਦਰ ਬਸਤਰ ਪਹਿਨਾਏ, ਬਿਬਾਨ ਤਿਆਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਮੋਢਾ ਦਿੱਤਾ ਤੇ ਰਮਦਾਸ ਸਥਾਨ ਤੋਂ ਚੱਲ ਕੇ ਇਸ ਸਥਾਨ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਇੱਥੇ ਪਹੁੰਚ ਕੇ ਸੁੰਦਰ ਚਿਖਾ ਚਿਣ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਪਾਵਨ ਦੇਹੀ ਜਿਹੜੀ ਹੈ ਉਸ ਦਾ ਅੰਤਮ ਸੰਸਕਾਰ ਕੀਤਾ। ਭਾਈ ਬਿਧੀ ਚੰਦ ਜੀ ਸਨ, ਭਾਈ ਜੇਠਾ ਜੀ, ਹੋਰ ਬੜੇ ਪਿਆਰੇ ਗੁਰਸਿੱਖ ਮਹਾਨ ਜਿਹੜੇ ਨੇ ਉਹਨਾਂ ਨੇ ਇਸ ਸਥਾਨ ਤੇ ਗੁਰੂ ਜੀ ਦੇ ਚਰਨਾਂ ਵਿੱਚ ਨਾਲ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਨਿਭਾਈਆਂ। ਸੋ ਇਸ ਤਰ੍ਹਾਂ ਇਸ ਸਥਾਨ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਮ ਜਿਹੜਾ ਸੀ ਉਹ ਸੰਸਕਾਰ ਹੋਇਆ। ਸੋ ਅੱਜ ਵੀ ਬੇਅੰਤ ਸੰਗਤਾਂ ਬੜੀ ਭਾਵਨਾ ਸ਼ਰਧਾ ਦੇ ਨਾਲ ਇਸ ਸਥਾਨ ਤੇ ਨਤਮਸਤਕ ਹੁੰਦੀਆਂ ਨੇ। ਸਤਿਗੁਰੂ ਕਿਰਪਾ ਕਰਨ। ਜੋ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸਾਰਾ ਗੁਰੂ ਨੂੰ ਸਮਰਪਿਤ ਹੈ। ਸਾਨੂੰ ਗੁਰੂ ਹੁਕਮ ਵਿੱਚ ਚੱਲਣ ਦਾ, ਗੁਰੂ ਦੀ ਆਗਿਆ ਵਿੱਚ ਰਹਿਣ ਦਾ ਉਪਦੇਸ਼ ਜੋ ਹੈ ਉਹ ਕਰਦਾ ਏ। ਆਪਾਂ ਮਨਮਤ ਕਰਮਕਾਂਡ ਛੱਡ ਕੇ ਬਾਬਾ ਬੁੱਢਾ ਜੀ ਦੇ ਸੀਵਨ ਤੋਂ ਸਿੱਖਿਆ ਲੈ ਕੇ ਗੁਰੂ ਹੁਕਮ 'ਚ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਸਥਾਨ ਤੇ ਸੰਗਤਾਂ ਆਈਆਂ ਹੋਈਆਂ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਈ ਸਾਹਿਬ ਕਰੋ ਤੋਂ ਇੱਥੇ ਦਰਸ਼ਨ ਕਰਨ ਆ ਰਹੇ ਹੋ ਤੁਸੀਂ? ਐ ਜੀ ਬੱਚੇ ਹੁੰਦੇ ਜਦੋਂ ਬਚਪਨ ਸੀ ਨਾ, ਨਿੱਕੇ ਨਿੱਕੇ ਹੁੰਦੇ ਤੋਂ ਇੱਥੇ ਆਉਂਦੇ। ਪਹਿਲਾਂ ਬਾਬਾ ਹਰਨਾਮ ਸਿੰਘ ਜੀ ਹੁੰਦੇ ਸੀ, ਉਹਨਾਂ ਬੜੀ ਸੇਵਾ ਇੱਥੇ ਕੀਤੀ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ 'ਤੇ ਉਹਨਾਂ ਇੰਨੀ ਸੇਵਾ ਕੀਤੀ ਆ। ਉਹਨਾਂ ਦਾ ਗੁਰਦੁਆਰਾ ਆਪਣਾ ਸ਼ਾਮਪੁਰੇ ਆ, ਉੱਥੇ ਵੀ ਉਹਨਾਂ ਦਾ ਗੁਰਦੁਆਰਾ ਬੜੀ ਉਹਨਾਂ ਲਗਨ ਦੇ ਨਾਲ ਤੇ ਪਿਆਰ ਦੇ ਨਾਲ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵਿੱਚ ਸੇਵਾ ਕੀਤੀ ਆ। ਅਸੀਂ ਇੱਥੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਕਰਦੇ ਹਾਂ। ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਵਿੱਚ ਹਾਜ਼ਰੀ ਲਾਉਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦਿਦਾਰੇ ਕਰਨੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਭਾਈ ਸਾਹਿਬ, ਕਰੋ ਤੋਂ ਤੁਸੀਂ ਇੱਥੇ ਜਿਹੜੇ ਆ ਦਰਸ਼ਨ ਕਰਨ ਆ ਰਹੇ ਹੋ, ਔਰ ਥੋੜਾ ਸੰਗਤਾਂ ਨੂੰ ਇਹ ਵੀ ਦੱਸ ਦਿਓ ਕਿ ਇਹ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਇਹ ਅੰਮ੍ਰਿਤਸਰ ਤੋਂ ਕਿੰਨੀ ਕੁ ਦੂਰੀ ਰਿਹਾ, ਤਾਂ ਜੋ ਜੇ ਦੂਰ ਨੇੜੇ ਤੋਂ ਸੰਗਤਾਂ ਨੇ ਉਹਨਾਂ ਨੂੰ ਪਤਾ ਚੱਲ ਸਕੇ। ਵੇਖੋ ਵਾਹਿਗੁਰੂ ਜੀ, ਤੁਸੀਂ ਗੱਲ ਕੀਤੀ ਹੈ ਕਿ ਕਦੋਂ ਆਉਂਦੇ ਜੋ। ਅਸੀਂ ਛੋਟੇ ਹੁੰਦੇ ਤੋਂ ਹੀ ਇੱਥੇ ਬਾਬਾ ਜੀ ਦੀ ਸਮਾਧ ਉੱਤੇ ਆਉਂਦੇ ਹਾਂ। ਸੋ ਇੱਥੇ ਪਹਿਲਾਂ ਕਾਰ ਸੇਵਾ ਮਹਾਂਪੁਰਖਾਂ ਨੇ ਬਹੁਤ ਛੋਟਾ ਗੁਰਦੁਆਰਾ ਸੀ, ਬਹੁਤ ਵਧੀਆ ਇਮਾਰਤ ਜਿਹੜੀ ਹੈ ਮਹਾਂਪੁਰਖਾਂ ਨੇ ਬਣਾਈ, ਬਾਬਾ ਤਰਨਤਾਰਨ ਵਾਲਿਆਂ ਨੇ। ਸੋ ਅੰਮ੍ਰਿਤਸਰ ਤੋਂ ਸਿੱਧੀ ਬੱਸ ਜਿਹੜੀ ਹੈ ਰਮਦਾਸ ਆਉਂਦੀ ਹੈ, ਕੋਈ 50 ਕਿਲੋਮੀਟਰ ਜਿਹੜਾ ਹੈ ਫਾਸਲਾ ਇਹ ਪੈਂਦਾ ਹੈ। ਇੱਥੇ ਬੜੀ ਦੂਰ ਤੋਂ, ਦਿੱਲੀ ਤੋਂ, ਬਾਹਰ ਦੀਆਂ ਵਿਦੇਸ਼ਾਂ ਤੱਕ ਜਿਹੜੀਆਂ ਸੰਗਤਾਂ ਆਉਂਦੀਆਂ ਹਨ, ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੀਆਂ ਹਨ। ਸੋ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੀਆਂ ਝੋਲੀਆਂ ਭਰਦੇ ਹਨ। ਸੋ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਤਪ ਸਥਾਨ ਜੋ ਰਮਦਾਸ ਦੇ ਵਿੱਚ ਹੈ, ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਸੀ। ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬੰਦਗੀ ਕੀਤੀ। ਔਰ ਜਦੋਂ ਅੰਤਲਾ ਸਮਾਂ ਆਇਆ ਤੇ ਸਾਹਿਬ ਸ੍ਰੀ ਹਰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਯਾਦ ਕੀਤਾ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਆਏ ਤੇ ਉੱਥੋਂ ਫਿਰ ਬਾਬਾ ਬੁੱਢਾ ਸਾਹਿਬ ਜੀ ਅੰਤ ਜੋ ਸਵਾਸ ਪੂਰੇ ਕੀਤੇ, ਫਿਰ ਇੱਥੇ ਲਿਆ ਕੇ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਜਿਹੜਾ ਹੈ ਥੱਲੇ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਹਨ, ਉੱਥੇ ਅੰਤਮ ਸੰਸਕਾਰ ਜਿਹੜਾ ਹੈ ਬਾਬਾ ਬੁੱਢਾ ਸਾਹਿਬ ਜੀ ਦਾ ਹੋਇਆ। ਤੇ ਜਿੱਥੇ ਜੋਤ ਸਾਹਿਬ ਜਾਗ ਰਹੀ ਹੈ, ਉੱਥੇ ਭਾਈ ਜੇਠਾ ਜੀ ਨੇ ਬੈਠ ਕੇ ਕੀਰਤਨ ਸੋਲੇ ਦਾ ਪਾਠ ਕੀਤਾ। ਸੋ ਬੜੀ ਜਾਰੀ ਜਗ੍ਹਾ ਹੈ ਤੇ ਬਾਬਾ ਜੀ ਦੇ ਜੋ ਵੀ ਅਰਦਾਸ ਕਰਦਾ ਹੈ, ਬਾਬਾ ਬੁੱਢਾ ਸਾਹਿਬ ਮਨੋਕਾਮਨਾ ਸ਼ੁਭ ਭਾਵਨਾ ਉਹਨਾਂ ਦੀਆਂ ਪੂਰੀਆਂ ਕਰਦੇ ਹਨ ਜੀ। ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਆ, ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਸਾਹਿਬ, ਤੁਸੀਂ ਕਦੋਂ ਆ ਰਹੇ ਹੋ ਇੱਥੇ? ਅਸੀਂ ਵੀ ਛੋਟੇ ਹੁੰਦਿਆਂ ਤੋਂ ਵੀਰ ਜੀ ਇੱਥੇ ਆ ਰਹੇ ਹਾਂ ਜੀ। ਹਾਂਜੀ,
ਇਹ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਪਵਿੱਤਰ ਸਥਾਨ ਹੈ ਜੀ। ਇੱਥੇ 6ਵੀਂ ਪਾਤਸ਼ਾਹੀ ਦੇ ਗੁਰੂ ਨਾਨਕ ਦੇਵ ਜੀ ਦੇ ਪਹਿਲੀ ਪਾਤਸ਼ਾਹੀ ਦੇ ਤੇ ਭਾਈ ਬਿਧੀ ਚੰਦ ਜੀ, ਭਾਈ ਲੰਗਾ ਜੀ, ਉਹਨਾਂ ਦੇ ਇੱਥੇ ਚਰਨ ਛੋਹ ਪ੍ਰਾਪਤ ਹੈ ਇਸ ਪਵਿੱਤਰ ਸਥਾਨ ਤੇ। ਸੋ ਸੰਗਤਾਂ ਦੂਰ ਦੂਰ ਤੋਂ ਇੱਥੇ ਆਉਂਦੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਤੇ, ਜੋ ਵੀ ਸੱਚੇ ਮਨੋਂ ਹੋ ਕੇ ਅਰਦਾਸ ਕਰਦੀਆਂ ਨੇ, ਸ਼ਰਧਾ ਦੇ ਨਾਲ ਅਰਦਾਸ ਕਰਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਸਭਨਾਂ ਦੀਆਂ ਝੋਲੀਆਂ ਭਰਦੇ ਨੇ, ਪੁੱਤਰਾਂ ਦੀਆਂ ਦਾਤਾਂ ਬਖਸ਼ਿਸ਼ ਕਰਦੇ ਨੇ। ਜੋ ਵੀ ਕੋਈ ਮੰਗਦਾ ਹੈ, ਜਿਸ ਤਰ੍ਹਾਂ ਦੀ ਵੀ ਕਿਸੇ ਦੀ ਭਾਵਨਾ ਲੈ ਕੇ ਕੋਈ ਅਰਦਾਸ ਕਰਦਾ ਹੈ, ਉਹਨਾਂ ਦੀ ਅਰਦਾਸ ਪੂਰੀ ਹੁੰਦੀ ਹੈ। ਬਾਬਾ ਬੁੱਢਾ ਸਾਹਿਬ ਜੀ ਇਸੇ ਤਰ੍ਹਾਂ ਪੂਰੀਆਂ ਕਰਦੀਆਂ ਨੇ। ਇਹ ਸਥਾਨ ਜਿਹੜਾ ਹੈ ਇਹ ਅੰਮ੍ਰਿਤਸਰ ਤੋਂ ਤੇ ਗੁਰਦਾਸਪੁਰ ਤੋਂ ਸੈਂਟਰ ਦੇ ਵਿੱਚ ਪੈਂਦਾ ਜੀ। 50 ਕਿਲੋਮੀਟਰ ਗੁਰਦਾਸਪੁਰ ਹੈ ਇੱਥੋਂ ਤੇ 50 ਕਿਲੋਮੀਟਰ ਅੰਮ੍ਰਿਤਸਰ ਹੈ ਜੀ। ਸੈਂਟਰ ਦੇ ਵਿੱਚ ਰਮਦਾਸ ਨਗਰੀ ਹੈ। ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਸਥਾਨ ਹੈ। ਇੱਥੇ 3 ਗੁਰਦੁਆਰੇ ਸਾਹਿਬ ਨੇ ਬਾਬਾ ਬੁੱਢਾ ਸਾਹਿਬ ਜੀ ਦੇ। ਸੋ ਸਾਰੀਆਂ ਸੰਗਤਾਂ ਜੋ ਵੀ ਮਨੋਕਾਮਨਾਵਾਂ ਭਾਵਨਾਵਾਂ ਕਰਕੇ ਇੱਥੇ ਅਰਦਾਸ ਕਰਦੀਆਂ ਨੇ, ਸਭ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ। ਲਗਾਤਾਰ ਅਖੰਡ ਪਾਠ ਸਾਹਿਬ ਚੱਲਦੇ ਨੇ। ਸ਼ੁੱਕਰਵਾਰ ਤੋਂ ਐਤਵਾਰ ਜਿਹੜੇ ਉਹ ਅਖੰਡ ਪਾਠ ਘੱਟੋ ਘੱਟ 15-20 ਤੱਕ ਹੋ ਜਾਂਦੇ ਨੇ ਤੇ ਅੱਗੋਂ ਪਿੱਛੋਂ ਵੀ ਲੜੀ ਅਖੰਡ ਪਾਠ ਸਾਹਿਬਾਂ ਦੀ ਚੱਲਦੀ ਹੈ ਜੀ। ਸੋ ਸਾਰੀਆਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਸੰਗਤਾਂ ਅਖੰਡ ਪਾਠ ਸਾਹਿਬ ਕਰਕੇ ਸੇਵਾ ਪ੍ਰਾਪਤ ਕਰਦੀਆਂ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਵੀ ਸੰਗਤਾਂ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਭਾਈ ਸਾਹਿਬ, ਕਦੋਂ ਕਦੋਂ ਇੱਥੇ ਦੇ ਦਰਸ਼ਨ ਕਰਨ ਆ ਰਹੇ ਹੋ? ਅਸੀਂ ਜੀ ਇੱਥੇ ਸਾਡੇ ਇੱਕ 6 ਕਿਲੋਮੀਟਰ ਨਗਰ ਹੈ ਸਾਡਾ, ਤੇ ਜਾਨੀ ਕਿ ਮਤਲਬ ਮੁੱਢ ਤੋਂ ਹੀ ਇੱਥੇ ਆ ਰਹੇ ਹਾਂ ਹਾਂਜੀ। ਤੇ ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਹੈ। ਜੋ ਵੀ ਇੱਥੇ ਅਰਦਾਸ ਬੇਨਤੀ ਕਰਦੇ ਹਾਂ ਉਹ ਸੰਪੂਰਨ ਹੁੰਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਘਰ ਬਹੁਤ ਤਗੜਾ ਦਰਬਾਰ ਹੈ ਜੀ। ਬੜੀ ਮਹਾਰਾਜ ਦੀ ਕਿਰਪਾ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਇੱਥੇ ਸੰਸਕਾਰ ਹੋਇਆ ਹੈ। ਸੰਸਕਾਰ ਦੇ ਸਮੇਂ 6ਵੇਂ ਪਾਤਸ਼ਾਹ ਮਹਾਰਾਜ ਆਪ ਹਾਜ਼ਰ ਹੋਏ ਨੇ। ਉਹਨਾਂ ਦੇ ਨਾਲ ਬੇਟੇ ਬਾਬਾ ਬੁੱਢਾ ਸਾਹਿਬ ਜੀ ਦੇ, ਉਹ ਵੀ ਨਾਲ ਉਹਨਾਂ ਆਪਣੇ ਕਰਨ ਕਮਲਾਂ ਦੇ ਨਾਲ ਆਪ ਸੰਸਕਾਰ ਬਾਬਾ ਜੀ ਦਾ ਕੀਤਾ ਹੈ। ਤੇ ਜੋ ਵੀ ਆਉਂਦਾ ਮਹਾਰਾਜ ਦੀ ਕਿਰਪਾ ਇੰਨੀ ਕਿ ਅਖੰਡ ਪਾਠ ਸਾਹਿਬ ਜੀ ਦੀ ਲੜੀ ਚੱਲਦੀ ਰਹਿੰਦੀ ਹੈ। ਇਹ ਬੜੀ ਮਹਾਰਾਜ ਦੀ ਕਿਰਪਾ ਹੈ। ਸਾਡੇ ਨਾਲ ਹੋਰ ਵੀ ਸੰਗਤਾਂ ਮੌਜੂਦ ਆ, ਗੱਲਬਾਤ ਕਰਦੇ ਆ। ਹਾਂਜੀ ਭਾਈ ਸਾਹਿਬ, ਤੁਸੀਂ ਕਦੋਂ ਕਦੋਂ ਇੱਥੇ ਦਰਸ਼ਨ ਕਰਨ ਆ ਰਹੇ ਹੋ? ਸਾਡੇ ਵੱਡ ਵਡੇਰੇ ਮਾਤਾ ਪਿਤਾ ਜੀ ਵੀ ਇੱਥੇ ਆਉਂਦੇ ਸਨ। ਜੋ ਸਾਡਾ ਲੰਗਰ ਇੱਥੋਂ ਤਕਰੀਬਨ 50 ਕਿਲੋਮੀਟਰ ਦੂਰੀ 'ਤੇ ਪੈਂਦਾ ਹੈ। ਇੱਥੇ ਜੋ ਵੀ ਸੰਗਤ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਉਂਦੀ ਹੈ, ਇੱਥੇ ਜੋ ਵੀ ਅਰਦਾਸ ਬੇਨਤੀ, ਪੁੱਤਾਂ ਦੀ ਦਾਤ, ਦੁੱਧ ਦੀ ਦਾਤ, ਜੋ ਵੀ ਕਿਸੇ ਕਿਸਮ ਦੀ ਆਣ ਕੇ ਅਰਦਾਸ ਬੇਨਤੀ ਕਰਦਾ ਬਾਬਾ ਬੁੱਢਾ ਸਾਹਿਬ ਪੂਰਨ ਕਰਦੇ ਹਨ। ਸੰਗਤਾਂ ਝੋਲੀਆਂ ਭਰ ਕੇ ਘਰਾਂ ਨੂੰ ਖੁਸ਼ੀ ਵਿੱਚ ਜਾਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਸਮੇਂ ਮੌਜੂਦ ਆ ਗੁਰਦੁਆਰਾ ਤਪਸਤਾਨ ਵਿਖੇ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਤਕਰੀਬਨ ਆਪਣਾ ਸਮਾਂ ਬਤੀਤ ਕੀਤਾ ਔਰ ਅਖੀਰਲੇ ਸਮੇਂ ਦੇ ਵਿੱਚ ਵੀ ਉਹ ਇੱਥੇ ਮੌਜੂਦ ਸੀ। ਭਾਈ ਸਾਹਿਬ, ਭਾਈ ਗੁਰਦੀਪ ਜੀ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਦੇ ਹਾਂ। ਹਾਂਜੀ ਭਾਈ ਗੁਰਦੀਪ ਜੀ, ਕੀ ਇੱਥੋਂ ਦਾ ਇਤਿਹਾਸ ਹੈ ਜਿੱਥੇ ਇਸ ਸਮੇਂ ਅਸੀਂ ਮੌਜੂਦ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ ਤੇ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜੀਵਨ ਦਾ ਜਿਹੜਾ ਸਾਰਾ ਹੀ ਹਿੱਸਾ ਬਚਪਨ ਤੋਂ ਲੈ ਕੇ ਇਸ ਸਥਾਨ ਤੇ ਹੀ ਸਾਰਾ ਸਮਾਂ ਜਿਹੜਾ ਬਾਬਾ ਬੁੱਢਾ ਜੀ ਨੇ ਬਤੀਤ ਕੀਤਾ। ਇੱਥੋਂ ਹੀ ਬਾਬਾ ਬੁੱਢਾ ਸਾਹਿਬ ਜੀ ਵੱਖ-ਵੱਖ ਸਥਾਨਾਂ ਦੇ, ਜਿੱਦਾਂ ਕਿ ਸੱਚਖੰਡ, ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਹੋਰ ਵੀ ਸਥਾਨਾਂ ਤੇ ਸੇਵਾਵਾਂ ਕੀਤੀਆਂ। ਪਰ ਬਾਬਾ ਬੁੱਢਾ ਸਾਹਿਬ ਜੀ ਦਾ ਘਰ, ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਹੀ ਤਪ ਕੀਤਾ। ਤਪ ਕਰਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਆਖਰੀ ਸਮੇਂ ਤੇ ਆਏ ਆ, ਤੇ ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਘਰ ਇਸ ਸਥਾਨ ਗੁਰਦੁਆਰਾ ਤਪਸਤਾਨ ਸਾਹਿਬ ਜੀ ਵਿਖੇ ਆਏ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਜਿਹੜੇ ਅੰਤ ਦੇ ਸਵਾਸ ਹੈ ਵਾਹਿਗੁਰੂ ਜੀ, ਉਹ ਵੀ ਇਸੇ ਸਥਾਨ ਤੇ ਹੀ ਪੂਰੇ ਕੀਤੇ ਆ। ਇਹ ਜੋ ਸਿੱਲ, ਤੁਸੀਂ ਜਿਸ ਸਿੱਲ ਦੇ ਦਰਸ਼ਨ ਕਰ ਰਹੇ ਹੋ, ਇਸ ਸਿੱਲ ਉੱਪਰ ਬੈਠ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਤਪ ਕੀਤਾ। ਤਪ ਕਰਕੇ ਇਹਨਾਂ ਸਥਾਨਾਂ ਨੂੰ ਪੂਜਣ ਯੋਗ ਕੀਤਾ। ਉਹ ਜੇ ਸੋਲ ਤੁਸੀਂ ਦਰਸ਼ਨ ਕਰ ਰਹੇ ਹੋ, ਬਾਬਾ ਬੁੱਢਾ ਜੀ ਨੇ ਇਸ ਸਿੱਲ ਦੇ ਉੱਪਰ ਬੈਠ ਕੇ ਤਪ ਕੀਤਾ। ਇਹ ਜੋ ਲੋਹੇ ਦੀ ਕੁਹਾੜੀ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਪੀੜ੍ਹੀ ਵਿੱਚੋਂ ਪੂਰਨ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਦੀ ਇਤਿਹਾਸਕ ਜਿਹੜੀ ਹੈ ਇਹ ਲੋਹੇ ਦੀ ਕੁਹਾੜੀ ਹੈ। ਵਾਹਿਗੁਰੂ ਜੀ, ਇਹ ਲੱਕੜੀ ਦਾ ਪਲੰਘ ਹੈ। ਇਹ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸਕ ਮੰਜਾ ਹੈ। ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀਆਂ ਨੇ ਆਪਣੇ ਹੱਥੀਂ 10ਵਾਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਇਹ ਦੋ ਇਤਿਹਾਸਕ ਚੀਜ਼ਾਂ ਜਿਹੜੀਆਂ ਲੋਹੇ ਦੀ ਕੁਹਾੜੀ ਤੇ ਲੱਕੜੀ ਦਾ ਪਲੰਘ, ਇਹ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸਕ ਹੈ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਸਿੱਲ ਹੈ। ਬਾਬਾ ਬੁੱਢਾ ਜੀ ਨੇ ਆਪਣੇ ਬਚਪਨ ਤੋਂ ਲੈ ਕੇ ਆਖਰੀ ਸਵਾਸ ਜਿਹੜੇ ਆ ਇਹਨਾਂ ਸਥਾਨਾਂ ਤੇ ਸੇਵਾ ਕੀਤੀ ਹੈ। ਤਪ ਕਰਕੇ ਤੇ ਇਹਨਾਂ ਸਥਾਨਾਂ ਨੂੰ ਪੂਜਣ ਦੇ ਯੋਗ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੀਆਂ ਸੰਗਤਾਂ ਬੜੇ ਹੀ ਵੱਡੇ ਭਾਗਾਂ ਵਾਲੇ ਹੋ ਜਿਹੜੇ ਕਿ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਤਪਸਤਾਨ ਬਾਬਾ ਬੁੱਢਾ ਸਾਹਿਬ ਜੀ ਰਾਮਦਾਸ ਜੀ ਦੇ ਦਰਸ਼ਨ ਕਰ ਰਹੇ ਹੋ। ਇਸ ਸਥਾਨ ਤੇ ਪੂਰਨ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਤਪ ਕੀਤਾ। ਆਪਣਾ ਸਾਰਾ ਜੀਵਨ ਜਿਹੜਾ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਬਚਪਨ ਤੋਂ ਲੈ ਕੇ
ਆਖਰੀ ਸਵਾਸ ਜਿਹੜੇ ਆ ਉਹ ਵੀ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਇਸ ਸਥਾਨ ਤੇ ਪੂਰੇ ਕੀਤੇ ਆ। ਆਪ ਜਿਸ ਸਥਾਨ ਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਇਸ ਸਥਾਨ ਤੇ ਬੈਠ ਕੇ ਧੰਨ ਬਾਬਾ ਬੁੱਢਾ ਜੀ ਨੇ ਸਿਲ ਤੇ ਬੈਠ ਕੇ ਇਸ ਸਥਾਨ ਤੇ ਤਪ ਕੀਤਾ ਹੈ। ਆਪ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਤਪ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਸੁਣਿਆ ਕਿ ਰਮਦਾਸ ਦੇ ਇਤਿਹਾਸ ਬਾਰੇ ਤੁਹਾਨੂੰ ਭਾਈ ਪਲਵਿੰਦਰ ਸਿੰਘ ਜੀ ਨੇ ਜਾਣੂ ਕਰਾਇਆ, ਔਰ ਉਹਨਾਂ ਦੇ ਨਾਲ ਜੋ ਸੰਗਤਾਂ ਨੇ ਉਹਨਾਂ ਨੇ ਵੀ ਤੁਹਾਨੂੰ ਦੱਸਿਆ ਕਿ ਇੱਥੇ ਤੁਸੀਂ ਜੋ ਵੀ ਮਨੋਕਾਮਨਾਵਾਂ ਲੈ ਕੇ ਆਉਂਦੇ ਨੇ ਉਹ ਤੁਹਾਡੀਆਂ ਬਾਬਾ ਬੁੱਢਾ ਸਾਹਿਬ ਜੀ ਜ਼ਰੂਰ ਪੂਰੀਆਂ ਕਰਦੇ ਨੇ। ਤੁਸੀਂ ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ ਟੀਵੀ ਦੇ ਨਾਲ, ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਵਾਂਗੇ। ਕੈਮਰਾਮੈਨ KP ਮਰਵਾ ਦੇ ਨਾਲ ਅਜਨਾਲਾ ਤੋਂ ਪ੍ਰਦੀਪ ਅਰੋੜਾ ਦੀ ਵਿਸ਼ੇਸ਼ ਰਿਪੋਰਟ।